ਹਾਲੇਲੂਇਆ। ਜੈ ਐਮਸੀ ਦੀ ਸਾਰੇ ਭੈਣਾਂ ਭਾਈਆਂ ਨੂੰ। ਆਪਾਂ ਪ੍ਰਭੂ ਦਾ ਵਚਨ ਪੜ੍ਹਦੇ ਆ। ਆਪਣੀ ਬਾਈਬਲ ਨੂੰ ਖੋਲ੍ਹੀਏ ਅਤੇ ਵਚਨ ਨੂੰ ਪੜ੍ਹੀਏ। ਰਸੂਲਾਂ 3:1 ਤੋਂ ਲੈ ਕੇ ਪੜ੍ਹਾਂਗੇ। ਪਤਰਸ ਅਤੇ ਯੂਹੰਨਾ ਪ੍ਰਾਰਥਨਾ ਦੇ ਵੇਲੇ ਤੀਏ ਪਹਿਰ ਹੈਕਲ ਨੂੰ ਚੱਲੇ ਜਾਂਦੇ ਸਨ ਅਤੇ ਲੋਕ ਇੱਕ ਜਮਾਂਦਰੋਂ ਲੰਗੜੇ ਨੂੰ ਚੁੱਕੀ ਲਈ ਜਾਂਦੇ ਸਨ, ਜਿਹੇ ਨੇ ਰੋਜ਼ ਹੈਕਲ ਦੇ ਫਾਟਕ ਕੋਲ ਜਿਹੜਾ ਸੋਹਣਾ ਦਿੰਦਾ ਹੈ ਬਾਹਰ ਦਿੰਦੇ ਸਨ, ਭਈ ਉਹ ਹੈਕਲ ਵਿੱਚ ਜਾਣ ਵਾਲਿਆਂ ਤੋਂ ਪਿੱਛਾ ਮੰਗੇ। ਜਾਂ ਉਹ ਨੇ ਪਤਰਸ ਅਤੇ ਯੂਹੰਨਾ ਨੂੰ ਹੈਕਲ ਵਿੱਚ ਜਾਂਦੇ ਵੇਖਿਆ ਤਾਂ ਉਹਨਾਂ ਤੋਂ ਭਿਕਸ਼ਾ ਮੰਗੀ। ਤਦੋਂ ਪਤਰਸ ਨੇ ਤੇ ਯੂਹੰਨਾ ਦੇ ਨਾਲ ਉਹਨੂੰ ਧਿਆਨ ਨਾਲ ਵੇਖ ਕੇ ਆਖਿਆ ਕਿ ਸਾਡੀ ਵੱਲ ਵੇਖ। ਤਾਂ ਉਹਨੇ ਉਹਨਾਂ ਕੋਲ ਕੁਝ ਲੱਭਣ ਦੀ ਆਸਾ ਕੀਤੀ। ਉਹ ਪ੍ਰਭੂ ਦਾ ਵਚਨ ਕਹਿੰਦਾ ਕਿ ਉਹਨੇ ਉਹਨਾਂ ਵੱਲ ਵੇਖਿਆ ਕਿ ਮੈਨੂੰ ਕੁਛ ਭਿਕਸ਼ਾ ਪਾਉਣਗੇ। ਉਹਨੇ ਤਾਂ ਕਰਕੇ ਉਹਦੇ ਵੱਲ ਵੇਖਿਆ, ਪਤਰਸ ਤੇ ਯੂਹੰਨਾ ਦੇ ਵੱਲ, ਕਿ ਮੈਨੂੰ ਇਹ ਭਿਕਸ਼ਾ ਪਾਉਣਗੇ, ਕਿਉਂਕਿ ਉਹ ਰੋਜ਼ ਉੱਥੇ ਮੰਗਣ ਦੇ ਲਈ ਬੈਠਦਾ ਸੀਗਾ। ਤੇ ਪਰ ਉਹਨੇ ਨੇਚਾ ਕੀਤੀ ਕਿ ਸਾਡੀ ਵੱਲ ਵੇਖ। ਤਾਂ ਉਹਨੇ ਨੇਚਾ ਨਾਲ ਉਹਨਾਂ ਨੂੰ ਵੇਖਿਆ ਤਾਂ ਪ੍ਰਭੂ ਨੇ ਉਹਦੀ ਜ਼ਿੰਦਗੀ 'ਚ ਕੰਮ ਕੀਤਾ। ਤਾਂ ਉਹ ਨੇ ਉਹਨਾਂ ਕੋਲੋਂ ਕੁਝ ਲੱਭਣ ਦੀ ਆਸਾ ਕਰਕੇ ਉਹਨਾਂ ਵੱਲ ਧਿਆਨ ਕੀਤਾ। ਪਰ ਪਤਰਸ ਨੇ ਆਖਿਆ, ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ, ਪਰ ਜੋ ਮੇਰੇ ਕੋਲ ਹੈ ਸੋ ਤੈਨੂੰ ਦਿੰਦਾ ਹਾਂ। ਯਿਸੂ ਮਸੀਹ ਨਾਸਰੀ ਨੇ ਨਾਮ ਲੈ ਕੇ ਨਾਮ ਨਾਲ ਤੂੰ ਤੁਰ ਫਿਰ। ਉਹਨੇ ਵਿਸ਼ਵਾਸ ਦੇ ਨਾਲ, ਨਿਚਾ ਦੇ ਨਾਲ ਉਹਨੂੰ ਵੇਖਿਆ। ਜਦੋਂ ਯੂਹੰਨਾ ਨੇ ਔਰ ਪਤਰਸ ਨੇ ਉਹਨੂੰ ਆਖਿਆ ਕਿ ਸਾਡੇ ਕੋਲ ਸੋਨਾ ਚਾਂਦੀ ਤਾਂ ਨਹੀਂ, ਪਰ ਜਿਹੜਾ ਸਾਡੇ ਕੋਲ ਹੈ ਉਹ ਅਸੀਂ ਤੈਨੂੰ ਦਿੰਦੇ ਹਾਂ, ਤਾਂ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ। ਤਾਂ ਉਹਨੇ ਨਿਚਾ ਕੀਤੀ, ਉਹਨੇ ਵਿਸ਼ਵਾਸ ਕੀਤਾ। ਨਹੀਂ ਤਾਂ ਉਹ ਵੀ ਇਹ ਕਹਿ ਸਕਦਾ ਸੀ ਕਿ ਤੂੰ ਕੌਣ ਹੈ ਮੈਨੂੰ, ਜਿਹੜਾ ਤੂੰ ਮੈਨੂੰ ਕਹਿੰਦਾ ਉੱਠ ਤੁਰ ਫਿਰ, ਕਿਉਂਕਿ ਮੇਰੀਆਂ ਤਾਂ ਲੱਤਾਂ ਹੀ ਨਹੀਂ ਹੈ, ਮੈਂ ਕਿਸ ਤਰ੍ਹਾਂ ਉੱਠ ਸਕਦਾ, ਕਿਸ ਤਰ੍ਹਾਂ ਮੈਂ ਤੁਰ ਸਕਦਾ। ਪਰ ਉਹਨੇ ਨਿਚਾ ਕੀਤੀ। ਜਦੋਂ ਉਹਨੇ ਉਹਨੂੰ ਕਿਹਾ ਕਿ ਉੱਠ, ਯਿਸੂ ਮਸੀਹ ਦੇ ਨਾਂ ਦੇ ਵਿੱਚ ਉੱਠ ਤੁਰ ਫਿਰ, ਤਾਂ ਉਹਨੇ ਵਿਸ਼ਵਾਸ ਦੇ ਨਾਲ ਉਹ ਉੱਠਿਆ, ਨਿਚਾ ਦੇ ਨਾਲ। ਤਾਂ ਉਸ ਨੇ ਉਹਦਾ ਸੱਜਾ ਹੱਥ ਫੜ ਕੇ ਉਹਨੂੰ ਉਠਾਇਆ। ਤਾਂ ਪਤਰਸ ਨੇ ਉਹਨੂੰ ਉਠਾਇਆ ਤਾਂ ਉਹ ਉੱਠ ਖੜਾ ਹੋਇਆ। ਉਸੇ ਵੇਲੇ ਉਹਦੇ ਪੈਰ ਔਰ ਗਿੱਟੇ ਤਕੜੇ ਹੋ ਗਏ ਅਤੇ ਉਹ ਕੁੱਦ ਕੇ ਉੱਠਿਆ। ਦੇਖੋ, ਜਿਹੜਾ ਜਮਾਂਦਰੋਂ ਤੁਰ ਫਿਰ ਨਹੀਂ ਸਕਦਾ, ਲੰਗੜਾ ਹੈ, ਕਦੀ ਤੁਰ ਫਿਰ ਨਹੀਂ ਸਕਦਾ, ਤੇ ਉਹ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਉਹਨੂੰ ਇਹੀ ਪਤਰਸ ਨੇ ਕਿਹਾ ਕਿ ਵਿਸ਼ਵਾਸ ਦੇ ਨਾਲ ਯਿਸੂ ਮਸੀਹ ਦੇ ਨਾਮ ਦੇ ਵਿੱਚ ਉੱਠ ਅਤੇ ਖੜਾ ਹੋ, ਤੁਰ ਫਿਰ। ਤਾਂ ਉਹਨੇ ਵੀ ਨੇਚਾ ਕੀਤੀ, ਉਹਨੇ ਵਿਸ਼ਵਾਸ ਕੀਤਾ ਤੇ ਉਹ ਉੱਠ ਖੜਾ ਹੋਇਆ ਔਰ ਤੁਰਨ ਲੱਗ ਪਿਆ। ਤਾਂ ਉਹਨੂੰ ਕਿੰਨੀ ਖੁਸ਼ੀ ਹੋਈ, ਜਿਹੜਾ ਬਚਪਨ ਤੋਂ ਤੁਰ ਫਿਰ ਨਹੀਂ ਸਕਦਾ, ਕਿੰਨੀ ਖੁਸ਼ੀ ਦੇ ਨਾਲ ਉਹ ਉਛਲ ਕੇ ਕੁੱਦਿਆ ਤੇ ਖੜਾ ਹੋ ਗਿਆ ਔਰ ਤੁਰਨ ਲੱਗਾ। ਤਾਂ ਤੁਰਦਾ ਅਤੇ ਛਾਲਾਂ ਮਾਰਦਾ ਅਤੇ ਪਰਮੇਸ਼ਰ ਦੀ ਉਸਤਤ ਕਰਦਾ ਹੋਇਆ ਉਹਨਾਂ ਦੇ ਨਾਲ ਹੈਕਲ ਦੇ ਵਿੱਚ ਗਿਆ, ਪ੍ਰਭੂ ਦਾ ਧੰਨਵਾਦ ਕਰਨ ਦੇ ਲਈ ਗਿਆ। ਤਾਂ ਜੇ ਅਸੀਂ ਸਿਰਫ ਚੰਗਿਆਈ ਨੂੰ ਭਾਲਦੇ ਹਾਂ ਕਿ ਸਿਰਫ ਅਸੀਂ ਚੰਗੇ ਹੋ ਜਾਈਏ, ਤਾਂ ਪ੍ਰਭੂ ਦਾ ਧੰਨਵਾਦ ਕਰਨਾ ਨਹੀਂ ਮੰਗਦੇ। ਕਈਆਂ ਲਈ ਪ੍ਰੇਅਰ ਕੀਤੀ ਜਾਂਦੀ ਹੈ ਚੰਗਿਆਈ ਦੇ ਲਈ, ਉਹ ਕਹਿੰਦੇ ਕਿ ਸਾਨੂੰ ਆਹ ਬਿਮਾਰੀ ਹੈ, ਸਾਡੇ ਲਈ ਪ੍ਰਾਰਥਨਾ ਕਰੋ ਤਾਂ ਅਸੀਂ ਚੰਗੇ ਹੋ ਜਾਈਏ। ਤਾਂ ਉਹ ਚੰਗੇ ਹੋ ਜਾਂਦੇ ਨੇ ਕਿਉਂਕਿ ਪ੍ਰਭੂ ਕਰਦਾ ਹੈ ਚੰਗਾ। ਤਾਂ ਉਹ ਮੁੜ ਕੇ ਪ੍ਰਭੂ ਦੇ ਘਰ ਦੇ ਵਿੱਚ ਧੰਨਵਾਦ ਕਰਨ ਵੀ ਨਹੀਂ ਆਉਂਦੇ, ਉਹ ਸਿਰਫ ਆਪਣੀ ਚੰਗਿਆਈ ਨੂੰ ਪਾਲਦੇ ਆ, ਪਰ ਪ੍ਰਭੂ ਨੇ ਨਹੀਂ। ਪਰ ਤੁਸੀਂ ਆਪਣੀ ਚੰਗਿਆਈ ਨੂੰ ਨਾ ਨਿਰਾ ਦੇਖੋ, ਪ੍ਰਭੂ ਦੀ ਹਜ਼ੂਰੀ ਨੂੰ ਦੇਖੋ, ਪ੍ਰਭੂ ਦੇ ਨਾਲ ਮਿਲੇ ਔਰ ਜੁੜੇ ਰਹੋ, ਹਮੇਸ਼ਾ ਲਈ ਪ੍ਰਭੂ ਦੇ ਨਾਲ ਮਿਲੇ ਰਹੋ, ਕਿਉਂਕਿ ਉਹਦਾ ਵਿਸ਼ਵਾਸ, ਪ੍ਰਭੂ ਕਹਿੰਦਾ ਹੈ ਕਿ ਉਹਦੇ ਵਚਨ ਯੂਹੰਨਾ ਦੇ ਵਿੱਚ ਵੀ ਲਿਖਿਆ ਗਿਆ ਕਿ ਉਹਦੇ ਵਚਨ ਦੇ ਵਿੱਚ ਲਿਖਿਆ ਗਿਆ, ਯੂਹੰਨਾ 14:12 ਦੇ ਵਿੱਚ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਮੇਰੇ ਉੱਤੇ ਨਿਚਾ ਕਰਦਾ ਹੈ ਸੋ ਇਹ ਕੰਮ ਜਿਹੜੇ ਮੈਂ ਕਰਦਾ ਹਾਂ ਤੁਸੀਂ ਵੀ ਸਗੋਂ ਇਹਨਾਂ ਨਾਲੋਂ ਵੱਡੇ ਕੰਮ ਕਰੋਗੇ, ਕਿਉਂ ਜੋ ਮੈਂ ਪਿਤਾ ਦੇ ਕੋਲ ਜਾਂਦਾ ਹਾਂ। ਪ੍ਰਭੂ ਜਦੋਂ ਪਿਤਾ ਦੇ ਕੋਲ ਗਿਆ ਤੇ ਉਹ ਆਪਣੇ ਚੇਲਿਆਂ ਨੂੰ ਇਹ ਆਗਿਆ ਦੇ ਕੇ ਗਿਆ ਕਿ ਜਿਹੜੇ ਕੰਮ ਮੈਂ ਕਰਦਾ ਸੀ ਉਹ ਤੁਸੀਂ ਮੇਰੇ ਨਾਲੋਂ ਵੀ ਵੱਡੇ ਕੰਮ ਕਰੋਗੇ। ਜਿਹੜਾ ਉਹਦੇ ਤੇ ਨੀਚਾ ਕਰਦਾ ਹੈ, ਨੇ ਹੀ ਕਿਹਾ ਸੱਚ ਆਖਦਾ ਹਾਂ, ਜਿਹੜਾ ਮੇਰੇ ਉੱਤੇ ਨੀਚਾ ਕਰਦਾ ਹੈ। ਤਾਂ ਉਹ ਪਤਰਸ ਤੇ ਯੂਹੰਨਾ ਉਹ ਨੀਚਾ ਕਰਦੇ ਸੀ ਪ੍ਰਭੂ ਤੇ, ਉਹਦੇ ਚੇਲੇ ਸੀ। ਤਾਂ ਉਹਨਾਂ ਜਦੋਂ ਨੀਚਾ ਦੇ ਨਾਲ, ਪ੍ਰਾਰਥਨਾ ਦੇ ਨਾਲ, ਕਿਉਂਕਿ ਉਹਨਾਂ ਨੂੰ ਪਤਾ ਹੈ ਸਾਡੇ ਵਿੱਚ ਪ੍ਰਭੂ ਦਾ ਆਤਮਾ ਹੈ, ਜੋ ਅਸੀਂ ਬੋਲਾਂਗੇ ਹੋ ਜਾਏਗਾ।
ਜਦੋਂ ਪ੍ਰਾਰਥਨਾ ਕੀਤੀ ਜਾਂਦੀ ਹੈ, ਜੋ ਨੇਚਾ ਦੇ ਨਾਲ ਬੋਲਿਆ ਜਾਂਦਾ ਹੈ, ਵਿਸ਼ਵਾਸ ਨਾਲ ਪ੍ਰਾਰਥਨਾ ਕੀਤੀ ਜਾਂਦੀ ਹੈ, ਉਹ ਹੁੰਦਾ ਹੈ। ਪਰ ਅੱਗੇ ਜਿਹਨੇ ਸ਼ਿਫਾ ਲੈਣੀ ਹੈ ਉਹਦੇ ਉੱਤੇ ਹੈ ਕਿ ਉਹਦੇ ਵਿੱਚ ਵਿਸ਼ਵਾਸ ਕਿੰਨਾ ਕੁ ਹੈ। ਪ੍ਰਭੂ ਦਾ ਵਚਨ ਤਾਂ ਇਹੀ ਕਹਿੰਦਾ, ਜੇ ਤੁਹਾਡੇ 'ਚ ਰਾਈ ਜਿੰਨਾ ਵੀ ਵਿਸ਼ਵਾਸ ਹੈਗਾ ਹੈ ਤਾਂ ਤੁਸੀਂ ਪਹਾੜ ਨੂੰ ਉਠਾ ਸਕਦੇ ਜੇ ਅਸੀਂ ਉਸ ਪਹਾੜ ਨੂੰ ਕਹਾਂਗੇ ਜਾ ਇੱਥੋਂ ਸਮੁੰਦਰ 'ਚ ਜਾ ਪਏ ਤਾਂ ਹੋ ਜਾਏਗਾ, ਤਾਂ ਕਿ ਉਹ ਬਿਮਾਰੀਆਂ ਨੂੰ ਨਹੀਂ ਕੱਢੇਗਾ। ਜਦੋਂ ਦੇ ਵਚਨ ਦੇ ਵਿੱਚ ਇਹ ਲਿਖਿਆ ਤਾਂ ਵਚਨ ਸੱਚੇ ਔਰ ਜਿਉਂਦਾ ਵਚਨ ਨੇ, ਇਹ ਪੂਰੇ ਨੇ। ਜੋ ਵਚਨ ਦੇ ਵਿੱਚ ਲਿਖਿਆ ਉਹ ਪੂਰਾ ਹੁੰਦਾ ਹੈ। ਅਤੇ ਪਤਰਸ ਨੇ, ਯੂਹੰਨਾ ਨੇ ਵੀ ਇਸੇ ਤਰ੍ਹਾਂ ਉਹਨੂੰ ਉਠਾ ਕੇ ਖੜਾ ਕੀਤਾ। ਉਹਨਾਂ ਨੇ ਨਿਹਚਾ ਨਾਲ ਪ੍ਰਾਰਥਨਾ ਕੀਤੀ ਔਰ ਉਸ ਲੰਗੜੇ ਨੇ ਨਿਹਚਾ ਨਾਲ ਉਹਨੂੰ ਵਿਸ਼ਵਾਸ ਦੇ ਨਾਲ ਉਹਨੂੰ ਮੰਨਿਆ ਵੀ। ਤਾਂ ਉਹ ਜੋ ਮੰਨਦੇ ਆ ਤਾਂ ਹੁੰਦਾ ਹੈ। ਤੁਸੀਂ ਵਿਸ਼ਵਾਸ ਕਰੋਗੇ ਕਿ ਜੋ ਪ੍ਰਾਰਥਨਾ ਕੀਤੀ ਗਈ ਹੈ ਤਾਂ ਇਹ ਹੋ ਗਿਆ ਤਾਂ ਹੋ ਜਾਵੇਗਾ। ਔਰ ਤੁਸੀਂ ਵੀ ਪ੍ਰਭੂ ਦਾ ਵਚਨ ਪੜ੍ਹੋ, ਉਹਦੇ ਵਚਨ ਦੇ ਵਿੱਚ ਲੱਗੇ ਰਹੋ, ਕਿਉਂਕਿ ਉਹਦੇ ਵਚਨ ਵਿੱਚ ਹੀ ਸੱਚਾਈ ਹੈ, ਉਹਦੇ ਵਚਨ ਵਿੱਚ ਹੀ ਜੀਵਨ ਹੈ। ਉਹਦਾ ਵਚਨ ਹੀ ਸਾਨੂੰ ਸਿਖਾਉਂਦਾ ਤੁਰਨਾ ਫਿਰਨਾ, ਬੈਠਣਾ ਉੱਠਣਾ, ਉਹਦੇ ਵਚਨ ਦੇ ਦੁਆਰਾ ਅਸੀਂ ਸਿੱਖਦੇ ਹਾਂ। ਤਾਂ ਪ੍ਰਭੂ ਦੇ ਵਚਨ ਦੀ ਭਾਲ ਕਰੋ ਤਾਂ ਉਹ ਸਾਰਾ ਕੁਝ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਆਪਣੇ ਆਪ ਹੀ ਮਿਲਦਾ ਜਾਏਗਾ। ਤਾਂ ਜੇ ਕੋਈ ਬਿਮਾਰ ਹੈ ਤਾਂ ਉਹ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਸੌਂਪ ਦੇਵੇ। ਅੱਜ ਸਭ ਕੁਛ ਆਪਣਾ ਜੋ ਵੀ ਤੁਹਾਡੇ ਕੰਮਕਾਰ ਨੇ, ਕਾਰੋਬਾਰ, ਬਿਜ਼ਨਸ, ਸਭ ਕੁਛ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦਿਓ ਅਤੇ ਪ੍ਰਭੂ ਨੂੰ ਪੁਕਾਰੋ ਅਤੇ ਪ੍ਰਭੂ ਤੁਹਾਡੀ ਸੁਣੇਗਾ। ਜਿਹੜਾ ਸਮਾਂ ਤੁਸੀਂ ਪ੍ਰਭੂ ਦੇ ਚਰਨਾਂ ਦੇ ਵਿੱਚ ਲਾਉਂਦੇ ਜੇ ਉਹਦਾ ਫਲ ਤੁਹਾਨੂੰ ਜ਼ਰੂਰ ਮਿਲਦਾ ਹੈ। ਪ੍ਰਭੂ ਹਮੇਸ਼ਾ ਤੁਹਾਡੇ ਨਾਲ ਹੋਵੇ। ਤਾਂ ਆਪਾਂ ਪ੍ਰਾਰਥਨਾ ਕਰਦੇ ਹਾਂ ਕਿ ਅੱਜ ਕੋਈ ਜੇ ਬਿਮਾਰ ਹੈ ਤਾਂ ਉੱਠ ਖੜਾ ਹੋਵੇ। ਪ੍ਰਭੂ ਤੇਰਾ ਧੰਨਵਾਦ, ਤਾਰੀਫ ਹੋ, ਤੁਹਾਡੀ ਮਹਿਮਾ, ਤੁਹਾਡੀ ਵਡਿਆਈ ਹੋ ਮੇਰੇ ਪਿਤਾ ਪਰਮੇਸ਼ਰ। ਤੂੰ ਮਹਾਨ ਔਰ ਦਇਆਵਾਨ ਔਰ ਸ਼ਕਤੀਸ਼ਾਲੀ ਪਰਮੇਸ਼ਰ। ਪ੍ਰਭੂ ਜੀ ਅਸੀਂ ਤੁਹਾਨੂੰ ਪੁਕਾਰਦੇ ਹਾਂ ਮੇਰੇ ਪਿਤਾ ਪਰਮੇਸ਼ਰ, ਤੂੰ ਜਿਉਂਦਾ ਹੈ ਮੇਰੇ ਪਿਤਾ ਪਰਮੇਸ਼ਰ। ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੁਹਾਡਾ ਵਚਨ ਜਿੰਦਾ ਹੈ। ਤੁਹਾਡੇ ਵਚਨ ਦੇ ਦੁਆਰਾ ਅੱਜ ਵੀ ਉਹ ਕੰਮ ਹੁੰਦੇ ਨੇ ਜੋ ਪ੍ਰਭੂ ਤੁਸੀਂ ਕਰਦੇ ਸੀ ਮੇਰੇ ਪਿਤਾ ਪਰਮੇਸ਼ਰ। ਤੁਹਾਡਾ ਧੰਨਵਾਦ ਕਰਦੇ ਹਾਂ। ਜੇ ਅੱਜ ਕੋਈ ਵੀ ਇਸੇ ਤਰ੍ਹਾਂ ਕੋਈ ਲੰਗੜਾ ਲੂਲਾ ਹੈ ਪ੍ਰਭੂ ਜੀ, ਤਾਂ ਅੱਜ ਉੱਠ ਕੇ ਤੁਰਨ ਫਿਰਨ ਲੱਗ ਜਾਏ ਮੇਰੇ ਪਿਤਾ ਪਰਮੇਸ਼ਰ। ਜੇ ਕਿਸੇ ਨੂੰ ਕੋਈ ਵੀ ਬਿਮਾਰੀ ਅੱਜ ਮੈਂ ਤੁਹਾਡੇ ਅੱਗੇ ਲੈ ਕੇ ਆਉਣੀ ਆ ਪਿਤਾ, ਅਰਦਾਸ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਬਿਮਾਰਾਂ ਦੇ ਲਈ, ਜਿੰਨੇ ਵੀ ਇਸ ਰਿਕਾਰਡਿੰਗ ਨੂੰ ਸੁਣਨ ਮੇਰੇ ਪਿਤਾ ਪਰਮੇਸ਼ਰ, ਉਹ ਇੱਕ ਨਵਾਂ ਜੀਵਨ, ਇੱਕ ਨਵੀਂ ਆਸ਼ ਔਰ ਬਰਕਤ ਪਾਉਣ। ਪ੍ਰਭੂ ਇਸ ਤੁਹਾਡਾ ਧੰਨਵਾਦ ਕਰਦੇ ਆ ਹਰ ਇੱਕ ਭਲਾਈ ਲਈ, ਆਸ਼ ਲਈ, ਬਰਕਤ ਲਈ, ਚੰਗਿਆਈਆਂ ਲਈ, ਸ਼ਿਫਾ ਲਈ, ਤੰਦਰੁਸਤੀਆਂ ਲਈ ਮੇਰੇ ਪਿਤਾ ਤੁਹਾਡਾ ਧੰਨਵਾਦ। ਧੰਨਵਾਦ ਉਹਨਾਂ ਅਨੋਖੇ ਕੰਮਾਂ ਦੇ ਲਈ ਜੋ ਤੁਸੀਂ ਸਾਡੀ ਜ਼ਿੰਦਗੀ ਦੇ ਵਿੱਚ ਕੀਤੇ ਹੈ। ਤੁਸੀਂ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਹਰ ਪਹਾੜ ਨੂੰ ਢਾਇਆ ਮੇਰੇ ਪਿਤਾ ਪਰਮੇਸ਼ਰ। ਬਿਮਾਰੀਆਂ ਦੇ ਪਹਾੜ ਤੁਸੀਂ ਸਾਡੇ ਢਾਹ ਦਿੱਤੇ ਪ੍ਰਭੂ ਜੀ। ਸਾਰੇ ਪਹਾੜ ਸਾਡੀਆਂ ਜ਼ਿੰਦਗੀਆਂ 'ਚ ਜਾਦੂ ਟੋਣਿਆਂ ਦੇ ਪਹਾੜ ਢਾਹ ਦਿੱਤੇ ਮੇਰੇ ਪਿਤਾ। ਅੱਜ ਜੋ ਵੀ ਕੋਈ ਇਸ ਵੀਡੀਓ ਰਿਕਾਰਡਿੰਗ ਨੂੰ ਸੁਣੇ, ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਵੀ ਹਰ ਪਹਾੜ ਟਹਿ ਜਾਏ, ਹਰ ਡਰ ਵਾਲੀ ਆਤਮਾ ਚਲੀ ਜਾਏ ਮੇਰੇ ਪਿਤਾ ਪਰਮੇਸ਼ਰ। ਅਸੀਂ ਡਰਨ ਵਾਲੀਆਂ ਆਤਮਾਵਾਂ ਨੂੰ ਯਿਸੂ ਮਸੀਹ ਦੇ ਨਾਂ ਦੇ ਵਿੱਚ ਹੁਕਮ ਦਿੰਦੇ ਹਾਂ, ਇਹਨਾਂ ਨੂੰ ਛੱਡ ਕੇ ਚਲੀਆਂ ਜਾਣ ਮੇਰੇ ਪਿਤਾ ਪਰਮੇਸ਼ਰ। ਹਰ ਤਰ੍ਹਾਂ ਦੀ ਗੰਦੀਆਂ ਆਤਮਾਵਾਂ, ਕਨਫਿਊਜ਼ਨ ਵਾਲੀਆਂ, ਬਿਮਾਰੀਆਂ ਵਾਲੀਆਂ ਗੰਦੀਆਂ ਆਤਮਾਵਾਂ, ਪਰੇਸ਼ਾਨ ਕਰਨ ਵਾਲੀਆਂ, ਡਿਪਰੈਸ਼ਨ ਵਾਲੀਆਂ, ਪਾਪ ਵਾਲੀਆਂ ਗੰਦੀਆਂ ਆਤਮਾਵਾਂ ਜੋ ਪਰੇਸ਼ਾਨ ਕਰਦੀਆਂ ਨੇ ਮੇਰੇ ਪਿਤਾ ਪਰਮੇਸ਼ਰ। ਹਰ ਪਰੇਸ਼ਾਨ ਕਰਨ ਵਾਲੀਆਂ ਆਤਮਾ, ਡਿਪਰੈਸ਼ਨ ਵਾਲੀਆਂ ਆਤਮਾਵਾਂ, ਨਿਰਾਸ਼ ਕਰਨ ਵਾਲੀਆਂ, ਗੁੱਸਾ ਦਿਵਾਉਣ ਵਾਲੀਆਂ, ਇਹ ਸਾਰੀਆਂ ਗੁੱਸਾ ਦਿਵਾਉਣ ਵਾਲੀਆਂ ਗੰਦੀਆਂ ਆਤਮਾਵਾਂ ਜੋ ਘਰਾਂ ਦੇ ਵਿੱਚ ਲੜਾਈ ਝਗੜੇ ਕਰਾਉਂਦੀਆਂ ਨੇ ਪਿਤਾ, ਉਹਨਾਂ ਨੂੰ ਤੇਰੇ ਹੱਥਾਂ 'ਚ ਦਿੰਦੀ ਆ ਮੇਰੇ ਪਿਤਾ ਪਰਮੇਸ਼ਰ। ਇਹ ਸਾਰੀਆਂ ਗੰਦੀਆਂ ਆਤਮਾਵਾਂ ਦਾ ਨਾਸ਼ ਕਰ ਮੇਰੇ ਪਿਤਾ। ਹਰ ਇੱਕ ਭੈਣ ਭਾਈ ਬੱਚੇ ਛੁਟਕਾਰਾ ਪਾਉਣ ਮੇਰੇ ਪਿਤਾ, ਗੁੱਸੇ ਤੋਂ ਛੁਟਕਾਰਾ ਪਾਉਣ ਪ੍ਰਭੂ। ਤੂੰ ਆਪਣੀ ਸ਼ਾਂਤੀ ਦੇ ਨਾਲ ਭਰ ਦੇ ਮੇਰੇ ਪਿਤਾ। ਤੇਰਾ ਵਚਨ ਕਹਿੰਦਾ ਹੈ ਤੂੰ ਸ਼ਾਂਤੀ ਹੈ ਪ੍ਰਭੂ ਜੀ, ਤੂੰ ਸ਼ਾਂਤੀ ਦੇ ਜਾਨਾ। ਆਪਣੇ ਚੇਲਿਆਂ ਨੂੰ ਤੁਸੀਂ ਕਿਹਾ ਮੈਂ ਤੁਹਾਨੂੰ ਸ਼ਾਂਤੀ ਦੇ ਜਾਨਾ ਪ੍ਰਭੂ ਜੀ। ਤੁਸੀਂ ਆਪਣੀ ਸ਼ਾਂਤੀ ਆਪਣੇ ਬੱਚਿਆਂ ਦੇ ਉੱਤੇ ਉਡੇਲ ਦਿਓ ਮੇਰੇ ਪਿਤਾ ਪਰਮੇਸ਼ਰ। ਇੱਕ ਇੱਕ ਤੇਰੀ ਸ਼ਾਂਤੀ ਦੇ ਨਾਲ ਭਰ ਜਾਏ, ਤੁਹਾਡੀ ਆਸ਼ੀਰਵਾਦ ਬਰਕਤ ਨਾਲ ਭਰ ਜਾਏ, ਤੁਹਾਡੇ ਵਚਨਾਂ ਦੀ ਪਾਲ ਕਰੇ ਪ੍ਰਭੂ, ਤੁਹਾਡੇ ਵਿੱਚ ਆਪਣਾ ਟਾਈਮ ਬਿਤਾਵੇ ਮੇਰੇ ਪਿਤਾ ਪਰਮੇਸ਼ਰ। ਇੱਕ ਇੱਕ ਤੇ ਆਪਣੇ ਗੁੱਝੇ ਭੇਤ ਖੋਲ ਦੇ, ਕੰਨਾਂ ਨੂੰ ਖੋਲ ਦੇ, ਅੱਖਾਂ ਨੂੰ ਖੋਲ ਦੇ ਕਿ ਤੁਹਾਨੂੰ ਜਾਣ ਸਕਣ ਮੇਰੇ ਪਿਤਾ, ਤੁਹਾਨੂੰ ਸਮਝ ਸਕਣ ਕਿ ਤੂੰ ਹੀ ਜਿੰਦਾ ਪਰਮੇਸ਼ਰ ਹੈ ਪਿਤਾ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੀ ਹਾਂ ਮੇਰੇ ਮਹਾਨ ਪਿਤਾ ਪਰਮੇਸ਼ਰ। ਜੇ ਕੋਈ ਪਾਪ ਦੇ ਵਿੱਚ ਜਾਂ ਕੋਈ ਨਸ਼ੇ ਦੇ ਵਿੱਚ ਹੈ ਤਾਂ ਪਿਤਾ ਪਰਮੇਸ਼ਰ ਸਾਰੀਆਂ ਪਾਪ ਵਾਲੀਆਂ, ਨਸ਼ੇ ਵਾਲੀਆਂ ਗੰਦੀਆਂ ਆਤਮਾਵਾਂ, ਪਰੇਸ਼ਾਨ ਕਰਨ ਵਾਲੀਆਂ, ਅਸੀਂ ਯਿਸੂ ਮਸੀਹ ਦੇ ਨਾਂ 'ਚ ਹੁਕਮ ਦਿੰਦੇ ਹਾਂ ਇੱਕ ਇੱਕ ਨੂੰ ਛੱਡ ਕੇ ਚਲੀਆਂ ਜਾਣ। ਜੇ ਕੋਈ ਨਸ਼ਾ ਨਹੀਂ ਛੱਡ ਪਾ ਰਿਹਾ ਤਾਂ ਤੁਸੀਂ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦਿਓ, ਉਹਨੂੰ ਆਪਣਾ ਜੀਵਨ ਦੇ ਵਿੱਚ ਉਹਨੂੰ ਅਪਣਾ ਲਓ, ਆਪਣਾ ਜੀਵਨ ਉਹਦੇ ਹੱਥਾਂ 'ਚ ਸੌਂਪ ਦਿਓ ਤਾਂ ਪ੍ਰਭੂ ਤੁਹਾਨੂੰ ਨਸ਼ੇ ਤੋਂ ਆਜ਼ਾਦ ਕਰੇਗਾ। ਪ੍ਰਭੂ ਤੁਹਾਨੂੰ ਆਪਣਾ ਨਸ਼ਾ ਚੜਾਵੇਗਾ ਜਿਹੜਾ ਕਦੀ ਉਤਰਨ ਵਾਲਾ ਨਸ਼ਾ ਨਹੀਂ ਹੈ। ਇਸ ਨਸ਼ੇ ਤੋਂ ਤੁਸੀਂ ਵੀ ਆਪਣੇ ਆਪ ਨੂੰ ਛੁਟਕਾਰਾ ਦਿਓ ਇਸ ਨਸ਼ੇ। ਜਦੋਂ ਤੁਹਾਡਾ ਨਸ਼ੇ ਦੇ ਵੱਲ ਦਿਲ ਕਰਦਾ ਨਸ਼ਾ ਕਰਨ ਨੂੰ, ਕੋਈ ਵੀ ਹੈ, ਸਿਗਰਟਾਂ ਨੇ ਜਾਂ ਸ਼ਰਾਬ ਨੇ ਜਾਂ ਕੋਈ ਵੀ
ਕਿਸੇ ਵੀ ਚੀਜ਼ ਦਾ ਨਸ਼ਾ ਹੈ। ਜਦੋਂ ਤੁਹਾਡਾ ਦਿਲ ਕਰਦਾ ਤੁਸੀਂ ਵਚਨ ਨੂੰ ਖੋਲੋ, ਵਚਨ ਨੂੰ ਪੜ੍ਹੋ, ਉਦੋਂ ਉਸ ਟਾਈਮ ਆਪਣਾ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦਿਓ ਆਪਣੇ ਆਪ ਨੂੰ ਅਤੇ ਉਹਦੀ ਹਜ਼ੂਰੀ ਦੇ ਵਿੱਚ ਆਓ। ਤਾਂ ਉਸ ਟਾਈਮ ਉਹ ਜਿਹੜਾ ਵੀ ਤੁਹਾਡਾ ਟਾਈਮ ਹੈ ਨਸ਼ਾ ਕਰਨ ਦਾ, ਉਸ ਟਾਈਮ ਤੁਸੀਂ ਪ੍ਰਭੂ ਨੂੰ ਪੁਕਾਰੋ ਤਾਂ ਪ੍ਰਭੂ ਤੁਹਾਨੂੰ ਆਜ਼ਾਦ ਕਰੇਗਾ। ਪ੍ਰਭੂ ਦਾ ਆਤਮਾ ਤੁਹਾਨੂੰ ਆਜ਼ਾਦ ਕਰੇਗਾ ਉਸ ਟਾਈਮ 'ਤੇ। ਤਾਂ ਉਹ ਤੁਹਾਡਾ ਉਹ ਸਮਾਂ ਨਿਕਲ ਜਾਏਗਾ। ਔਰ ਜਦੋਂ ਵੀ ਫਿਰ ਮੁੜ ਕੇ ਤੁਹਾਡਾ ਕਿਤੇ ਵੀ ਨਸ਼ਾ ਕਰਨ ਨੂੰ ਦਿਲ ਕਰਦਾ ਤਾਂ ਤੁਸੀਂ ਵਚਨ ਦੇ ਵਿੱਚ ਜਾਓ, ਪ੍ਰਾਰਥਨਾ ਦੇ ਵਿੱਚ ਜਾਓ, ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦਿਓ ਤਾਂ ਤੁਹਾਨੂੰ ਆਜ਼ਾਦ ਕਰੇਗਾ। ਬਹੁਤ ਸਾਰੀਆਂ ਇੱਦਾਂ ਦੀਆਂ ਗਵਾਹੀਆਂ ਨੇ ਜਿਹੜੇ ਪ੍ਰਭੂ ਨੇ ਨਸ਼ਿਆਂ ਤੋਂ ਆਜ਼ਾਦ ਕੀਤਾ, ਔਰ ਉਹ ਤੁਹਾਨੂੰ ਵੀ ਕਰੇਗਾ। ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੀ ਹਾਂ ਮੇਰੇ ਪਿਆਰੇ ਖੁਦਾ, ਤੁਹਾਡੀ ਮਹਿਮਾ ਤੁਹਾਡੀ ਵਡਿਆਈ ਕਰਦੀ ਹਾਂ ਮੇਰੇ ਪਿਤਾ, ਜਿਹੜੇ ਤੇਰੇ ਵਚਨਾਂ ਦੀ ਭਾਲ ਕਰ ਰਹੇ ਪ੍ਰਭੂ। ਤੂੰ ਆਪਣੇ ਵਚਨਾਂ ਦੀ ਡੂੰਘਾਈ ਦੇ ਵਿੱਚ ਨਾਲ ਲੈ ਕੇ ਜਾ, ਆਪਣੇ ਗੁੱਝੇ ਭੇਤ ਸਿਖਾ ਮੇਰੇ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੀ ਹਾਂ। ਜੋ ਵੀ ਬਿਮਾਰੀਆਂ ਕਮੀਆਂ ਕਮਜ਼ੋਰੀਆਂ ਨੇ ਯਿਸੂ ਮਸੀਹ ਦੇ ਨਾਂ ਦੇ ਵਿੱਚ ਜਾਂਦੀਆਂ ਲੱਗਣ, ਨੁਕਸਾਨ ਕਰਨ ਵਾਲੀਆਂ ਕਰਜ਼ੇ ਵਾਲੀਆਂ ਗੰਦੀਆਂ ਆਤਮਾਵਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਹਰ ਬੁਰੀ ਆਤਮਾ ਜਾਂਦੀ ਲੱਗੇ, ਡਿਪਰੈਸ਼ਨ ਦੀਆਂ ਆਤਮਾਵਾਂ ਜਾਂਦੀਆਂ ਲੱਗਣ ਯਿਸੂ ਮਸੀਹ ਦੇ ਨਾਂ ਦੇ ਵਿੱਚ। ਅਸੀਂ ਝਿੜਕ ਦਿੰਦੇ ਹਾਂ ਇਹਨਾਂ ਗੰਦੀਆਂ ਆਤਮਾਵਾਂ ਨੂੰ ਜੋ ਡਿਪਰੈਸ਼ਨ ਦੇ ਵਿੱਚ ਲੈ ਕੇ ਜਾਂਦੀਆਂ ਨੇ, ਜੋ ਪਰੇਸ਼ਾਨ ਕਰਦੀਆਂ ਨੇ ਮੇਰੇ ਪਿਤਾ ਪਰਮੇਸ਼ਰ। ਹਰ ਬਿਮਾਰੀ ਯਿਸੂ ਮਸੀਹ ਦੇ ਨਾਂ ਦੇ ਵਿੱਚ ਜਾਂਦੀ ਲੱਗੇ। ਜੇ ਕੋਈ ਬਿਮਾਰ ਹੈ ਤਾਂ ਉਹ ਯਿਸੂ ਮਸੀਹ ਦੇ ਨਾਂ ਦੇ ਵਿੱਚ ਚੰਗਿਆਈ ਪਾਏ ਮੇਰੇ ਪਿਤਾ ਪਰਮੇਸ਼ਰ। ਸਿਰ ਦਰਦ, ਪੇਟ ਦਰਦ ਵਾਲੀਆਂ ਬਿਮਾਰੀਆਂ, ਗੰਦੀਆਂ ਆਤਮਾਵਾਂ, ਗੋਡੇ ਦਰਦ ਵਾਲੀਆਂ, ਬੈਕ ਦਰਦ ਵਾਲੀਆਂ ਬਿਮਾਰੀਆਂ ਨੂੰ ਵੀ ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਡਾਟ ਦਿੰਦੇ ਹਾਂ। ਹਮੇਸ਼ਾ ਦੇ ਲਈ ਝਿੜਕਦੇ ਹਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਜਾਂਦੀਆਂ ਲੱਗਣ। ਪ੍ਰਭੂ ਤੁਸੀਂ ਸੋਚਾਂ ਤੇ ਖਿਆਲਾਂ ਦੇ ਉੱਤੇ ਕਬਜ਼ਾ ਕਰ ਲਓ ਮੇਰੇ ਪਿਤਾ ਪਰਮੇਸ਼ਰ। ਤੁਸੀਂ ਪ੍ਰਭੂ ਆਪਣੀਆਂ ਸੋਚਾਂ ਦਿਓ ਮੇਰੇ ਪਿਤਾ, ਜੋ ਤੁਹਾਡੀਆਂ ਚੰਗੀਆਂ ਸੋਚਾਂ ਨੇ। ਤੁਸੀਂ ਕਹਿੰਦੇ ਮੈਂ ਜਿਹੜੀਆਂ ਸੋਚਾਂ ਤੁਹਾਡੇ ਲਈ ਸੋਚਦਾ ਹਾਂ ਉਹ ਸ਼ਾਂਤੀ ਔਰ ਭਲਾਈ ਦੀਆਂ ਸੋਚਾਂ ਨੇ, ਨਾ ਕਿ ਬੁਰਾਈ ਦੀਆਂ ਮੇਰੇ ਪਿਤਾ। ਅਸੀਂ ਤੁਹਾਡੀਆਂ ਸੋਚਾਂ ਔਰ ਖਿਆਲਾਂ ਨੂੰ ਮੰਗਦੇ ਹਾਂ ਮੇਰੇ ਪਿਤਾ। ਸਾਡੀਆਂ ਸੋਚਾਂ ਤੇ ਖਿਆਲਾਂ ਤੇ ਤੁਰਨ ਫਿਰਨ ਤੇ ਤੁਹਾਡਾ ਕਬਜ਼ਾ ਹੋ ਜਾਏ ਮੇਰੇ ਪਿਤਾ। ਇੱਕ ਇੱਕ ਭੈਣ ਭਾਈ ਦੇ ਉੱਤੇ, ਬੱਚਿਆਂ ਦੇ ਉੱਤੇ ਤੁਹਾਡੀਆਂ ਸੋਚਾਂ ਤੇ ਖਿਆਲ ਮੰਗਦੇ ਆ ਮੇਰੇ ਪਿਤਾ। ਇੱਕ ਇੱਕ ਦੇ ਉੱਤੇ ਤੁਹਾਡਾ ਕਬਜ਼ਾ ਹੋ ਜਾਏ। ਆਪਣੀ ਉਹਨਾਂ ਦੀ ਜ਼ਿੰਦਗੀ ਦੀ ਡੋਰ ਨੂੰ, ਸਾਡੀ ਜ਼ਿੰਦਗੀ ਦੀ ਡੋਰ ਨੂੰ ਆਪਣੇ ਹੱਥਾਂ 'ਚ ਲੈ ਲਾ ਪ੍ਰਭੂ। ਸਾਨੂੰ ਚੱਲਣਾ ਸਿਖਾ, ਸਾਨੂੰ ਬੋਲਣਾ ਸਿਖਾ, ਸਾਨੂੰ ਪਿਆਰ ਕਰਨਾ ਸਿਖਾ। ਆਪਣੇ ਤੋਹਫਿਆਂ ਦੇ ਨਾਲ ਭਰ ਦੇ, ਆਪਣੇ 9 ਫਲਾਂ ਦੇ ਨਾਲ ਸਾਨੂੰ ਭਰ ਦੇ ਮੇਰੇ ਪਿਤਾ ਪਰਮੇਸ਼ਰ। ਤੇਰਾ ਧੰਨਵਾਦ ਕਰਦੀ ਹਾਂ ਮੇਰੇ ਪਿਆਰੇ ਖੁਦਾ, ਤੁਹਾਡੀ ਮਹਿਮਾ ਤੁਹਾਡੀ ਵਡਿਆਈ ਹੋ ਮੇਰੇ ਪਿਤਾ ਪਰਮੇਸ਼ਰ। ਦਇਆ ਦੇ ਸਾਗਰ ਤੇਰਾ ਧੰਨਵਾਦ, ਧੰਨਵਾਦ, ਤਾਰੀਫ ਹੋ ਤੁਹਾਡੀ ਮਹਿਮਾ ਤੁਹਾਡੀ ਮਹਾਨ ਮੇਰੇ ਪਿਤਾ ਪਰਮੇਸ਼ਰ। ਹਰ ਬਿਮਾਰੀ ਦਾ ਅੰਤ ਕਰਨ ਵਾਲੇ ਪਿਤਾ ਤੇਰਾ ਧੰਨਵਾਦ, ਧੰਨਵਾਦ, ਧੰਨਵਾਦ। ਜਾਦੂ ਟੋੜਿਆਂ ਦੀਆਂ ਗੰਦੀਆਂ ਸ਼ਕਤੀਆਂ ਦਾ ਨਾਸ਼ ਕਰਨ ਵਾਲੇ ਪਰਮੇਸ਼ਰ ਤੇਰਾ ਧੰਨਵਾਦ। ਮੁਰਦਿਆਂ ਨੂੰ ਜਿੰਦਾ ਕਰਨ ਵਾਲੇ ਪਰਮੇਸ਼ਰ ਤੇਰਾ ਧੰਨਵਾਦ, ਧੰਨਵਾਦ, ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ। ਦੁਆਵਾਂ ਨੂੰ ਸੁਣਨ ਵਾਲਿਆ ਤੇਰਾ ਧੰਨਵਾਦ, 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 ਧੰਨਵਾਦ। ਡੁੱਬੀ ਬੇੜੀ ਤਾਰਨ ਵਾਲਿਆ ਤੁਹਾਡਾ ਧੰਨਵਾਦ। ਰਿਸ਼ਤੇ ਟੁੱਟਿਆਂ ਨੂੰ ਜੋੜਨ ਵਾਲਿਆ ਤੇਰਾ ਧੰਨਵਾਦ। ਜੇ ਕਿਸੇ ਦੇ ਰਿਸ਼ਤੇ ਟੁੱਟ ਗਏ ਤਾਂ ਉਹ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਜੁੜ ਜਾਣ, ਜੁੜ ਜਾਣ। ਰਿਸ਼ਤੇ ਸਾਰੇ ਟੁੱਟੇ ਹੋਏ ਰਿਸ਼ਤੇ ਜੁੜ ਜਾਣ ਯਿਸੂ ਮਸੀਹ ਦੇ ਨਾਂ ਦੇ ਵਿੱਚ। ਉਹਦਾ ਪਿਆਰ ਮੰਗੋ ਆਪਣੇ ਰਿਸ਼ਤਿਆਂ ਦੇ ਵਿੱਚ ਪ੍ਰਭੂ। ਤੇਰਾ ਪਿਆਰ ਮੰਗਦੇ ਆ ਮੇਰੇ ਪਿਤਾ ਪਰਮੇਸ਼ਰ। ਜਿੱਥੇ ਤੁਹਾਡਾ ਪਿਆਰ ਹੈ ਉੱਥੇ ਸ਼ਾਂਤੀ ਹੈ, ਉੱਥੇ ਲੜਾਈ ਝਗੜੇ ਖਤਮ ਹੋ ਜਾਂਦੇ ਮੇਰੇ ਪਿਤਾ ਪਰਮੇਸ਼ਰ। ਆਪਣੇ ਪਿਆਰ ਦੇ ਨਾਲ ਭਰਦੇ, ਆਪਣੇ ਆਨੰਦ ਦੇ ਨਾਲ ਭਰਦੇ ਮੇਰੇ ਪਿਤਾ ਪਰਮੇਸ਼ਰ। ਲੜਾਈ ਝਗੜੇ ਖਤਮ ਹੋ ਜਾਣ, ਡਿਵੋਰਸ ਵਾਲੀਆਂ ਆਤਮਾਵਾਂ ਚਲੀਆਂ ਜਾਣ। ਇਹ ਡਿਵੋਰਸ ਕਰਾਉਣ ਵਾਲੀਆਂ ਗੰਦੀਆਂ ਆਤਮਾਵਾਂ ਦਾ ਨਾਸ਼ ਕਰਦੇ ਆ ਯਿਸੂ ਮਸੀਹ ਦੇ ਨਾਂ ਦੇ ਵਿੱਚ। ਹਮੇਸ਼ਾ ਦੇ ਲਈ ਛੱਡ ਕੇ ਚਲੀਆਂ ਜਾਣ। ਜਿੰਨੇ ਵੀ ਰਿਸ਼ਤਿਆਂ ਦੇ ਵਿੱਚ ਪ੍ਰਭੂ ਜੀ ਜੋ ਵੀ ਖਰਾਬੀ ਹੈ ਯਿਸੂ ਮਸੀਹ ਦੇ ਨਾਂ ਦੇ ਸਹੀ ਹੋ ਜਾਣ। ਤੇਰੀ ਸ਼ਾਂਤੀ ਆ ਜਾਏ ਔਰ ਰਿਸ਼ਤੇ ਫਿਰ ਜੁੜ ਜਾਣ। ਪਤੀ ਪਤਨੀ ਦੇ ਰਿਸ਼ਤੇ, ਮਾਂ ਪੁੱਤ ਦੇ ਰਿਸ਼ਤੇ, ਪ੍ਰਭੂ ਜੀ ਜਿੰਨੇ ਵੀ ਧੀਆਂ ਪੁੱਤਾਂ ਦੇ ਰਿਸ਼ਤੇ ਅੱਜ ਪਿਤਾ ਪਰਮੇਸ਼ਰ ਵਿਗੜ ਗਏ ਆ ਉਹਨਾਂ ਨੂੰ ਸੁਧਾਰ ਮੇਰੇ ਪਿਤਾ ਪਰਮੇਸ਼ਰ। ਤੇਰਾ ਧੰਨਵਾਦ ਕਰਦੇ ਆ ਪ੍ਰਭੂ। ਕਿਸੇ ਦੀ ਗੋਡਿਆਂ ਦੀ ਦਰਦ ਹੈ ਯਿਸੂ ਮਸੀਹ ਦੇ ਨਾਂ ਦੇ ਵਿੱਚ ਜਾਂਦੀ ਲੱਗੇ, ਗੋਡਿਆਂ ਨੂੰ ਮਜ਼ਬੂਤ ਕਰ ਦਿਓ। ਜੇ ਕਿਸੇ ਦੇ ਉੱਤੇ ਕੋਈ ਕਰਜ਼ਾ ਹੈ ਤਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਜਾਂਦਾ ਲੱਗੇ ਮੇਰੇ ਪਿਤਾ ਪਰਮੇਸ਼ਰ। ਤੇਰਾ ਧੰਨਵਾਦ ਕਰਦੇ ਆ, ਤੁਹਾਡੀ ਮਹਿਮਾ ਕਰਦੇ ਆ। ਤੁਸੀਂ ਪ੍ਰਭੂ ਜੀ ਖੱਤਿਆਂ ਦੇ ਵਿੱਚ ਵੀ ਆਸ਼ੀਰ ਬਰਕਤ ਦਿਓ। ਜਿਨ੍ਹਾਂ ਦੇ ਖੱਤੇ ਨੇ ਪ੍ਰਭੂ ਉਹਨਾਂ ਦੇ ਖੱਤਿਆਂ ਨੂੰ ਮੈਂ ਬਲੈਸ ਕਰਦੀ ਹਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ। ਬਲੈਸ ਹੋ ਜਾਣ ਖੱਤਿਆਂ ਦੇ ਵਿੱਚ, ਤੁਹਾਡੀ ਬਰਕਤ ਆਵੇ ਮੇਰੇ ਪਿਤਾ ਪਰਮੇਸ਼ਰ। ਤੁਹਾਡਾ ਧੰਨਵਾਦ ਕਰਦੀ ਹਾਂ ਮੇਰੇ ਪਿਆਰੇ ਖੁਦਾ। ਜੇ ਕਿਸੇ ਤੇ ਕੋਈ ਡਰ ਵਾਲੀ ਆਤਮਾ ਹੈ ਤਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਉਸ ਡਰ ਵਾਲੀ ਆਤਮਾ ਨੂੰ ਝਿੜਕ ਦਿੰਦੇ ਹਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਚਲੀ ਜਾਏ। ਕੋਈ ਵੀ ਗੰਦੀ ਆਤਮਾ ਕਿਸੇ ਨੂੰ ਪਰੇਸ਼ਾਨ ਕਰਦੀ ਹੈ, ਰਾਤ ਨੂੰ ਸੁਪਨਿਆਂ ਦੇ ਵਿੱਚ ਪਰੇਸ਼ਾਨ ਕਰਦੀ ਹੈ, ਜੋ ਵੀ ਬੁਰੇ ਸੁਪਨੇ ਨੇ ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਉਹਨਾਂ ਨੂੰ ਕੈਂਸਲ ਕਰਦੀਆਂ।
ਇੱਕ ਇੱਕ ਦੇ ਵਿੱਚੋਂ ਬੁਰੇ ਸੁਪਨੇ ਚਲੇ ਜਾਣ ਪ੍ਰਭੂ। ਸੁਪਨੇ ਆਉਣ ਤਾਂ ਤੁਹਾਡੇ ਵੱਲੋਂ ਆਉਣ ਮੇਰੇ ਪਿਤਾ ਪਰਮੇਸ਼ਰ। ਤੁਸੀਂ ਸੁਪਨੇ ਦੁਆਰਾ, ਵਿਜ਼ਨ ਦੁਆਰਾ, ਵਚਨ ਦੁਆਰਾ ਇੱਕ ਇੱਕ ਨਾਲ ਗੱਲਬਾਤ ਕਰੋ ਮੇਰੇ ਪਿਤਾ। ਤੁਹਾਡੀ ਮਦਦ ਮੰਗਦੀ ਹਾਂ ਮੇਰੇ ਪਿਤਾ ਪਰਮੇਸ਼ਰ। ਤੂੰ ਦਇਆ ਦਾ ਸਾਗਰ ਹੈ ਪ੍ਰਭੂ ਜੀ। ਇੱਕ ਇੱਕ ਦੀ ਮਦਦ ਔਰ ਸਹਾਇਤਾ ਕਰ ਪ੍ਰਭੂ। ਆਪਣੇ ਭੇਤ ਖੋਲ ਦੇ। ਤੁਸੀਂ ਕਿਹਾ ਮੈਨੂੰ ਪੁਕਾਰੋ ਤੇ ਮੈਂ ਤੁਹਾਨੂੰ ਉੱਤਰ ਦਿਆਂਗਾ ਪ੍ਰਭੂ। ਅਸੀਂ ਤੁਹਾਨੂੰ ਪੁਕਾਰਦੇ ਹਾਂ, ਤੁਸੀਂ ਸਾਨੂੰ ਉੱਤਰ ਦਿਓ ਮੇਰੇ ਪਿਤਾ ਪਰਮੇਸ਼ਰ। ਜਿੰਨੇ ਵੀ ਭੈਣਾਂ ਭਰਾ ਇਸ ਪ੍ਰਭੂ ਜੀ ਇਸ ਬੱਚੇ ਇਸ ਦੁਆ ਨੂੰ ਸੁਣ ਰਹੇ ਆ, ਅਸੀਂ ਇੱਕ ਇੱਕ ਤੇ ਤੇਰੀ ਆਸ਼ੀਰਵਾਦ ਔਰ ਬਰਕਤ ਮੰਗਦੇ ਆ ਮੇਰੇ ਪਿਤਾ ਪਰਮੇਸ਼ਰ। ਇੱਕ ਇੱਕ ਨੂੰ ਪ੍ਰਭੂ ਜੀ ਆਕਾਸ਼ ਦੀਆਂ ਖਿੜਕੀਆਂ ਨੂੰ ਖੋਲ ਕੇ ਰੇਨ ਕਰਦੇ। ਜਿੰਨੀਆਂ ਵੀ ਉਹਨਾਂ ਦੀਆਂ ਜ਼ਰੂਰਤਾਂ ਨੇ ਯਿਸੂ ਮਸੀਹ ਦੇ ਨਾਂ ਦੇ ਵਿੱਚ ਪੂਰੀਆਂ ਹੋ ਜਾਣ। ਅਧੂਰੇ ਕੰਮ ਪੂਰੇ ਹੋ ਜਾਣ ਪ੍ਰਭੂ। ਜਿਹੜਾ ਤੇਰੇ ਉੱਤੇ ਭਰੋਸਾ ਰੱਖਦਾ ਉਹ ਕਦੀ ਸ਼ਰਮਿੰਦਾ ਨਹੀਂ ਹੁੰਦਾ ਪ੍ਰਭੂ ਜੀ। ਜਿੰਨੇ ਵੀ ਤੇਰੇ ਉੱਤੇ ਭਰੋਸਾ ਰੱਖਦੇ ਹੋ ਕਦੀ ਸ਼ਰਮਿੰਦਾ ਨਹੀਂ ਹੋਣਗੇ ਮੇਰੇ ਪਿਤਾ। ਹਾਲੇਲੂਇਆ। ਹਰ ਇੱਕ ਆਸ਼ੀਰਵਾਦ ਬਰਕਤ ਦੇ ਨਾਲ ਭਰ ਦੇ ਮੇਰੇ ਪਿਤਾ ਪਰਮੇਸ਼ਰ। ਜੇ ਕਿਸੇ ਨੂੰ ਬਾਹਰ ਦੇ ਲਈ ਵਿਜੇ ਦੀ ਲੋੜ ਹੈ ਤਾਂ ਵਿਜਾ ਉਹਨਾਂ ਲਈ ਮਿਲ ਜਾਏ ਉਹਨਾਂ ਨੂੰ ਮੇਰੇ ਪਿਤਾ। ਉਹਨਾਂ ਦੀ ਫਾਈਲ ਤੇਰੇ ਅੱਗੇ ਲੈ ਕੇ ਆਣੀ ਹੈ ਮੇਰੇ ਪਿਤਾ ਪਰਮੇਸ਼ਰ। ਜਦੋਂ ਵੀ ਉਹ ਵੀਜ਼ਾ ਲੈਣ ਜਾਣ ਪ੍ਰਭੂ, ਉਹ ਵੀਜ਼ੇ ਦੇ ਨਾਲ ਵਾਪਸ ਆਣ, ਖੁਸ਼ੀ ਦੇ ਨਾਲ ਵਾਪਸ ਆਣ ਮੇਰੇ ਪਿਤਾ। ਤੇਰਾ ਧੰਨਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ। ਤੁਹਾਡੀ ਮਹਿਮਾ, ਤੁਹਾਡੀ ਵਡਿਆਈ, ਤੁਹਾਡੀ ਜੈ ਜੈਕਾਰ ਕਰਦੀ ਹਾਂ ਪਿਤਾ। ਅੱਜ ਦੇ ਦਿਨ ਲਈ ਆਸ਼ੀਰਵਾਦ ਬਰਕਤ ਲਈ ਧੰਨਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ। ਮੈਂ ਵਿਸ਼ਵਾਸ ਕਰਦੀ ਹਾਂ ਪ੍ਰਭੂ ਕਿ ਜੋ ਮੰਗਿਆ ਉਹ ਪਾ ਲਿਆ ਮੇਰੇ ਪਿਤਾ। ਕਿਉਂਕਿ ਤੁਸੀਂ ਕਹਿੰਦੇ ਜਦ ਤੁਸੀਂ ਪ੍ਰਾਰਥਨਾ ਕਰਦੇ ਤਾਂ ਵਿਸ਼ਵਾਸ ਵੀ ਕਰੋ ਕਿ ਹੋ ਗਿਆ ਤਾਂ ਹੋ ਜਾਂਦਾ ਹੈ ਮੇਰੇ ਪਿਤਾ। ਮੈਂ ਵਿਸ਼ਵਾਸ ਕਰਦੀ ਹਾਂ ਅੱਜ ਜਿਨ੍ਹਾਂ ਬਿਮਾਰਾਂ ਲਈ ਪ੍ਰਾਰਥਨਾ ਕੀਤੀ ਗਈ ਉਹ ਬਿਮਾਰ ਚੰਗੇ ਹੋ ਗਏ। ਜਿਨ੍ਹਾਂ ਤੇ ਕਰਜ਼ਾ ਸੀ ਉਹ ਕਰਜ਼ੇ ਤੋਂ ਆਜ਼ਾਦ ਹੋ ਗਏ। ਹਰ ਇੱਕ ਨੇ ਅੱਜ ਆਸ਼ੀਰਵਾਦ ਬਰਕਤ ਪਾਈ। ਜੋ ਡਿਪਰੈਸ਼ਨ ਦੇ ਵਿੱਚ ਸੀ ਉਹ ਖੁਸ਼ੀ ਦੇ ਨਾਲ, ਉਹ ਜੈਕਾਰਿਆਂ ਦੇ ਨਾਲ ਆਣਗੇ ਮੇਰੇ ਪਿਤਾ। ਜੇ ਕੋਈ ਉਸ ਲੰਗੜੇ ਦੇ ਵਾਂਗੂ ਪ੍ਰਭੂ ਜੀ ਕੋਈ ਲੰਗੜਾ ਹੈ ਤਾਂ ਉਹ ਵੀ ਯਿਸੂ ਮਸੀਹ ਦੇ ਨਾਂ ਦੇ ਵਿੱਚ ਤੁਰਨ ਫਿਰਨ ਲੱਗ ਜਾਏ ਮੇਰੇ ਪਿਤਾ ਪਰਮੇਸ਼ਰ। ਤੇਰਾ ਧੰਨਵਾਦ ਕਰਦੀ ਹਾਂ। ਜੋ ਤੁਰ ਨਹੀਂ ਸਕਦੇ ਉਹ ਤੁਰਨ ਲੱਗ ਜਾਣ। ਜੋ ਬੋਲ ਨਹੀਂ ਸਕਦੇ ਉਹ ਬੋਲਣ ਲੱਗ ਜਾਣ। ਯਿਸੂ ਮਸੀਹ ਦੇ ਨਾਂ ਦੇ ਵਿੱਚ ਜ਼ੁਬਾਨਾਂ ਖੋਲ ਜਾਣ। ਇੱਕ ਇੱਕ ਦੀ ਜ਼ੁਬਾਨ ਖੋਲ ਜਾਏ ਜੋ ਬੋਲ ਨਹੀਂ ਸਕਦੇ ਮੇਰੇ ਪਿਤਾ ਪਰਮੇਸ਼ਰ। ਮੈਂ ਤੇਰਾ ਧੰਨਵਾਦ ਕਰਦੀ ਹਾਂ ਮੇਰੇ ਪਿਆਰੇ ਖੁਦਾ। ਤੁਹਾਡੀ ਮਹਿਮਾ, ਤੁਹਾਡੀ ਵਡਿਆਈ ਹੋ, ਤੁਹਾਡੀ ਜੈ ਜੈਕਾਰ ਹੋ ਪ੍ਰਭੂ ਜੀ। ਇਹ ਮੇਰੀ ਦੁਆ ਨੂੰ ਸੁਣ ਔਰ ਗ੍ਰਹਿਣ ਕਰ। ਯਿਸੂ ਮਸੀਹ ਦੇ ਜਿੰਦਾ ਨਾਂ 'ਚ ਮੰਗਦੇ ਹਾਂ ਔਰ ਪਾ ਲੈਂਦੇ ਹਾਂ। ਜੋ ਮੰਗਿਆ ਉਹ ਵੀ ਦੇ ਦਿੱਤਾ, ਜੋ ਨਹੀਂ ਮੰਗਿਆ ਉਹ ਵੀ ਪਾ ਲਿਆ। ਆਮੇਨ ਆਮੇਨ। ਧੰਨਵਾਦ ਕਰਦੀ ਹਾਂ ਪ੍ਰਭੂ ਦਾ। ਤੁਹਾਨੂੰ ਪ੍ਰਭੂ ਨੇ ਬਲੈਸ ਕੀਤਾ। ਤੁਹਾਡੇ ਤੇ ਆਸ਼ੀਰਵਾਦ ਬਰਕਤ ਹਮੇਸ਼ਾ ਹਮੇਸ਼ਾ ਬਣੀ ਰਹੇ। ਪ੍ਰਭੂ ਦੇ ਹੱਥਾਂ ਦੇ ਵਿੱਚ ਆਪਣੇ ਆਪ ਨੂੰ ਹਮੇਸ਼ਾ ਦਿਓ ਕਿ ਉਹ ਤੁਹਾਡੇ ਨਾਲ ਰਹੇ। ਧੰਨਵਾਦ ਕਰਦੇ ਹਾਂ ਯਿਸੂ ਮਸੀਹ ਦੇ ਨਾਮ 'ਚ।